ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਰਮ ਸਤਿਕਾਰਯੋਗ ਗੁਰੂ ਰੂਪ ਸਾਧ ਸੰਗਤ ਜੀ, ਯੁਗੋ ਯੁਗ ਅਟਲ ਚਵਰ ਤਖਤ ਛਤਰ ਦੇ ਮਾਲਕ ਸਰਵਰੇ ਕੁਲ ਆਲਮ ਸਮੁੱਚੀ ਮਨੁੱਖਤਾ ਦੇ ਸਾਂਝੇ ਰਹਿਬਰ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਪਾਵਨ ਮੁਬਾਰਕ ਚਰਨਾਂ ਦੇ ਵਿੱਚ ਆਪ ਅੰਮ੍ਰਿਤ ਵੇਲੇ ਤੋਂ ਹਾਜ਼ਰੀਆਂ ਭਰ ਰਹੇ ਹੋ। ਗਰੀਬ ਨਵਾਜ਼ ਜੀ ਦੀ ਪਾਵਨ ਮੁਬਾਰਕ ਬਖਸ਼ਿਸ਼ 617 ਅੰਗ ਤੇ ਰਾਗ ਸੋਰਠ ਮਹੱਲਾ ਪੰਜਵਾਂ ਦੇ ਸਰਲੇਖ ਵਿੱਚ ਸੁਭਾਇਮਾਨ ਹੈ। ਪੰਜਵੇਂ ਗੁਰੂ ਨਾਨਕ ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਪਾਵਨ ਸ੍ਰੀ ਕੰਠ ਤੋਂ ਇਹ ਸ੍ਰੀ ਮੁਖ ਵਾਕ ਉਚਾਰਿਆ ਗਿਆ ਹੈ। ਸਤਿਗੁਰੂ ਬਖਸ਼ਿਸ਼ ਕਰਦੇ ਨੇ, ਕਹਿੰਦੇ ਅਬਿਨਾਸੀ ਜੀਵਨ ਕੋ ਦਾਤਾ ਸਿਮਰਤ ਸਭ ਮਨ ਕੋਈ। ਜਿਹੜਾ ਸਾਰਿਆਂ ਜੀਆਂ ਦਾ ਦਾਤਾ ਹੈ ਉਹ ਅਬਿਨਾਸੀ ਹੈ, ਉਹ ਨਾਸ਼ ਤੋਂ ਰਹਿਤ ਹੈ। ਇਹ ਪੱਕੀ ਬਾਤ ਹੈ। ਇਸ ਬਾਤ ਤੇ ਭਰੋਸਾ ਬਹੁਤ ਥੋੜਿਆਂ ਨੂੰ ਹੁੰਦਾ ਹੈ। ਫਿਰ ਮੈਂ ਅਰਜ਼ ਕਰਾਂ, ਸਮੁੱਚੀ ਮਨੁੱਖਤਾ ਜਿਤਨਾ ਜੀਵਨ ਹੈ ਸਭਨਾਂ ਦਾ ਇੱਕੋ ਹੀ ਦਾਤਾ ਹੈ, ਔਰ ਜਿਹੜਾ ਨਾਸ਼ ਤੋਂ ਰਹਿਤ ਹੈ। ਇਹ ਭਰੋਸਾ ਵਿਰਲਿਆਂ ਨੂੰ ਹੁੰਦਾ ਹੈ। ਵਿਦਵਾਨ ਕਹਿੰਦੇ ਨੇ, ਕਰੋੜ ਮਨੁੱਖ ਬੈਠਾ ਹੋਵੇ ਨਾ, ਉਹਦੇ ਵਿੱਚੋਂ ਇੱਕ ਨੂੰ ਭਰੋਸਾ ਹੁੰਦਾ ਹੈ, ਬਾਕੀ ਦੁਬਿਧਾ ਚ ਹੁੰਦੇ ਨੇ। ਹੈਣ ਬਿਰਲੇ ਨਾ ਹੀ ਕਣੇ ਫੈਲ ਫਕੜ ਸੰਸਾਰ। ਬਹੁ ਗਿਣਤੀ ਨਹੀਂ ਹੁੰਦੀ। ਜਿਹੜੇ ਨਿਰੰਕਾਰ ਨੂੰ ਹਾਜ਼ਰ ਨਾਜ਼ਰ ਜਾਣਦੇ ਨੇ, ਬਹੁ ਗਿਣਤੀ ਨਹੀਂ ਹੁੰਦੀ। ਜਿਹੜੇ ਜਾਣਦੇ ਨੇ ਉਹ ਥੋੜੇ ਹੁੰਦੇ ਨੇ, ਜਿਹੜੇ ਨਹੀਂ ਜਾਣਦੇ ਉਹਨਾਂ ਦੀ ਗਿਣਤੀ ਬੜੀ ਜ਼ਿਆਦਾ ਹੈ। ਸਤਿਗੁਰੂ ਪਾਵਨ ਬਾਣੀ ਅੰਦਰ ਕਹਿੰਦੇ ਨੇ, ਸਤਿਗੁਰ ਮੇਰਾ ਸਦਾ ਸਦਾ ਨਾ ਆਵੈ ਨਾ ਜਾਏ। ਉਹ ਅਬਿਨਾਸੀ ਪੁਰਖ ਹੈ ਸਭ ਮੇ ਰਹਿ ਸਮਾਏ। ਉਹ ਸਭਨਾਂ ਦੇ ਅੰਦਰ ਹੈ। ਪਰ ਸਾਡੇ ਅੰਦਰ ਇਸ ਭਰੋਸੇ ਦੀ ਡੋਰੀ ਨੂੰ ਕਮਜ਼ੋਰ ਕਰਦੀ ਹੈ ਬਹੁ ਗਿਣਤੀ ਦੀ ਮਾਨਿਅਤਾ। ਬਹੁ ਗਿਣਤੀ 1 ਸਾਲ ਤੱਕ ਮੂਰਤੀ ਦਾ ਪੂਜਨ ਹੁੰਦਾ ਹੈ ਤੇ 1 ਸਾਲ ਬਾਅਦ ਉਹੀ ਮੂਰਤੀ
ਜਿਹਨੂੰ ਪਰਮੇਸ਼ਰ, ਜਿਹਨੂੰ ਭਗਵਾਨ ਕਰਕੇ ਪੂਜਿਆ ਜਾਂਦਾ ਹੈ, ਗੰਦੇ ਨਾਲਿਆਂ ਦੀ ਸ਼ਾਨ ਬਣਦੀ ਹੈ। ਗੁਸਤਾਖੀ ਮਾਫ, ਮੂਰਤੀਆਂ ਦਾ ਵਿਸਰਜਨ ਕਰ ਦਿੱਤਾ ਜਾਂਦਾ ਹੈ। ਮੂਰਤੀ ਦਾ ਰੰਗ ਉਤਰ ਗਿਆ, ਮੂਰਤੀ ਛੋਟੀ ਹੈ, ਸਾਲ ਬਾਅਦ ਬਦਲ ਹੀ ਦੇਣਾ ਹੈ, ਕਿੰਨੀ ਚੰਗੀ ਹੋਵੇ, ਵਿਸਰਜਨ ਕਰ ਦਿੰਦੇ। ਇਹ ਬੰਬੇ ਦੇ ਵਿੱਚ ਬਹੁਤ ਵੱਡਾ ਸਮਾਗਮ ਹੁੰਦਾ ਹੈ, ਬੜੇ ਢੋਲ ਢਮੱਕੇ ਵੱਜਦੇ ਨੇ, ਫਿਰ ਉਹਨੂੰ ਜਾ ਕੇ ਜਿਹੜਾ ਸਮੁੰਦਰ ਹੈ ਉਹਦੇ 'ਚ ਸੁੱਟੇ ਹੁੰਦੇ ਨੇ। ਉਹਨਾਂ ਦੀ ਦੇਖਾ ਦਾਖੀ ਸਾਡੇ ਵੀ ਇੱਥੇ ਪਾਣੀ ਵਾਲੀ ਨਹਿਰ, ਉਹਦੇ 'ਚ ਸੁੱਟ ਸੁੱਟ ਕੇ ਉਹਨੂੰ ਬੰਦ ਕਰ ਦਿੰਦੇ ਨੇ। ਕੀ ਪਰਮਾਤਮਾ ਇੱਕ ਸਾਲ ਵਾਸਤੇ ਵੈਲਿਡ ਹੈ? ਉਸ ਤੋਂ ਬਾਅਦ ਉਹਦੀ ਐਕਸਪਾਇਰੀ ਡੇਟ ਆ ਜਾਂਦੀ ਹੈ। ਇੱਦਾਂ ਨਹੀਂ ਹੈ, ਉਹ ਅਬਿਨਾਸੀ ਹੈ, ਉਹ ਇੱਕ ਹੀ ਹੈ, ਸਾਰਿਆਂ ਜੀਆਂ ਦਾ ਦਾਤਾ ਹੈ। ਸ਼ਾਮਾਂ ਨੂੰ ਆਪਾਂ ਰਹਿ ਰਾਸ ਪੜ੍ਹਦੇ ਹਾਂ। ਸਤਿਗੁਰੂ ਕਹਿੰਦੇ ਊਡੇ ਊੜ ਆਵੈ ਸਹਿ ਕੋਸਾਂ, ਤਿਸ ਪਾਛੇ ਬਚਰੇ ਛਰਿਆ, ਤਿਨ ਕਵਣ ਖਿਲਾਵੈ ਕਵਣ ਚਗਾਵੈ, ਮਨ ਮੈਂ ਸਿਮਰਨ ਕਰਿਆ। ਕੂੰਜਾਂ ਆਉਂਦੀਆਂ ਨੇ, ਇੱਧਰ 6 ਮਹੀਨੇ ਰਹਿੰਦੀਆਂ ਨੇ। ਬਾਬਾ ਫਰੀਦ ਕਹਿੰਦੇ ਕੱਤਕ ਕੂੰਜਾਂ ਚੇਤ ਡੋ, ਸਾਵਣ ਬਿਜਲੀਆਂ। ਕੱਤਕ ਦੇ ਮਹੀਨੇ 'ਚ ਆਉਂਦੀਆਂ ਨੇ, ਚੇਤ ਦੇ ਮਹੀਨੇ 'ਚ ਵਾਪਸ ਚਲੀਆਂ ਜਾਂਦੀਆਂ। ਇਹ 6 ਮਹੀਨਿਆਂ ਦਾ ਵਕਫਾ ਬਣਦਾ ਹੈ, ਦੇਸੀ ਮਹੀਨੇ। ਸਤਿਗੁਰੂ ਕਹਿੰਦੇ ਅਬਿਨਾਸੀ ਜੀਵਨ ਕੋ ਦਾਤਾ, ਸਭਨਾ ਦਾ ਦਾਤਾ ਅਬਿਨਾਸੀ ਹੈ, ਨਾਸ਼ ਤੋਂ ਰਹਿਤ ਹੈ। ਪਰ ਜਿਸ ਨੇ ਇਸ ਦੁਨੀਆ ਦੇ ਅੰਦਰ ਸਰੀਰ ਧਾਰਨ ਕੀਤਾ ਹੈ, ਉਹ ਨਿਰੰਕਾਰ ਨਹੀਂ ਹੋ ਸਕਦਾ। ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਕਹਿੰਦੇ ਨੇ ਉਹ ਨਿਰੰਕਾਰ ਨਹੀਂ ਹੋ ਸਕਦਾ। ਦਸਮ ਦੀ ਪਾਵਨ ਬਾਣੀ ਅੰਦਰ ਸਤਿਗੁਰੂ ਕਹਿੰਦੇ ਕਾਲ ਪਾਏ ਬ੍ਰਹਮਾ ਬੱਪ ਧਰਾ। ਬੱਪ ਕਹਿੰਦੇ ਨੇ ਸਰੀਰ ਨੂੰ, ਧਰਾ ਕਹਿੰਦੇ ਨੇ ਧਰਤੀ ਨੂੰ। ਕੋਈ ਕੁ ਸਮਾਂ ਸੀ ਬ੍ਰਹਮਾ ਸਰੀਰ ਧਾਰਨ ਕਰਕੇ ਆਇਆ, ਉਹਨੂੰ ਜਾਣਾ ਪਿਆ। ਵਿਸ਼ਨੂੰ ਆਇਆ, ਜਾਣਾ ਪਿਆ। ਸ਼ਿਵਜੀ ਆਇਆ, ਜਾਣਾ ਪਿਆ। ਸਤਿਗੁਰੂ ਬਖਸ਼ਿਸ਼ ਕਰਦੇ ਨੇ ਸੁਧਾ ਸਵਈਆਂ ਦੇ ਵਿੱਚ, ਕਹਿੰਦੇ ਬ੍ਰਹਮ ਮਹੇਸ਼ਰ ਵਿਸ਼ਨ ਸੱਚੀ ਪਤ। ਬ੍ਰਹਮਾ ਵਿਸ਼ਨੂੰ ਮਹੇਸ਼ ਸੱਚੀ ਦਾ ਪਤੀ। ਇੰਦਰ ਦੇ ਘਰ ਵਾਲੀ ਦਾ ਨਾਮ ਸੱਚੀ ਹੈ। ਬ੍ਰਹਮ ਮਹੇਸ਼ਰ ਵਿਸ਼ਨ ਸੱਚੀ ਪਤ, ਅੰਤ ਫਸੇ ਜਮ ਫਾਸ ਪरेंगे। पर जे नर श्री पत के प्रस हैं पग, ते नर फेर न दे तरेंगे। ਜਿਹੜੇ ਉਸ ਅਵਿਨਾਸੀ ਦਾ ਸਿਮਰਨ ਕਰਨਗੇ, ਸਤਿਗੁਰੂ ਕਹਿੰਦੇ ਉਹਦੇ ਵਿੱਚ ਜਾ ਕੇ ਮਿਲ ਜਾਣਗੇ, ਦੁਬਾਰਾ ਦੇਹ ਨਹੀਂ ਧਰਨਗੇ। ਜਨਮ ਤੇ ਮੌਤ ਦੇ ਇਸ ਕਾਲ ਚੱਕਰ ਤੋਂ ਮੁਕਤ ਹੋ ਜਾਣਗੇ। ਬਹੁ ਗਿਣਤੀ ਰੱਬ ਕਰਕੇ ਪੂਜ ਰਹੀ ਹੈ। ਕੋਈ ਕਹਿੰਦਾ ਜੀ ਇਹ ਦੁਨੀਆ ਪੈਦਾ ਕਰਦਾ ਹੈ, ਕੋਈ ਕਹਿੰਦਾ ਇਹ ਸਮਾਪਤੀ ਕਰਦਾ ਹੈ, ਕੋਈ ਕਹਿੰਦਾ ਜੀ ਇਹ ਪਾਲਦਾ ਹੈ। ਉਹਨਾਂ ਨੂੰ ਮੁਬਾਰਕ ਹੈ। ਪਰ ਗੁਰੂ ਸਾਹਿਬ ਕਹਿ ਰਹੇ ਨੇ ਭਰਮ ਭੂਲੇ ਨਰ ਕਰਤ ਕਚਰਾਇਣ,
जन्म मरण ते रहत नारायण। कहण लगे भरमां दे विच पए होए मनुख बात दा कचीरा कर रहे ने, वारी वारी दोहरा रहे ने उस बात को, जबकि वो सच नहीं है। जिहड़ा नारायण है वो जन्म ते मौत तो रहत है। पर बाणी कहती है बहु गिणती उसनू नारायण समझी बैठे ने जिहदियां मूर्तियां पत्थर दियां हो गईयां, जन्म लिया ते चलिया गया। पर वो तो अविनाशी है। गुरु गोबिंद सिंह महाराज कहते अकाए अजाए न रागं न रंगं न रूपं न रेखं, इन्हां तो परे है, शरीर नहीं धारण करता, अविनाशी। वो आजूनी है, जूना दे विच नहीं आउंदा, जन्मदा ते मरदा नहीं है जिहड़ा नारायण है। कबीर जी ने पावन बाणी के अंदर कहा, कह लगे तुम जो कहत हो नंद को नंदन, नंद को नंदन काको रे, धरण आकाश दसो दिस नाही, तब यह नंद कहाँ थोरे। कहते नंद दा पुत्र कृष्ण चराचर संसार नूं चलाउण वाला है, नारायण रूप है, द्वापर दा अवतार होया है। इस गल तो मुनकर नहीं हुंदे, पर परमेश्वर नहीं सी, नहीं सी। एक शिकारी दे हथों कृष्ण जी का वध हुंदा है, उहदी हत्या हुंदी है। शिकारी तीर मारदा है, वो कृष्ण जी दे जाके लगदा है। उन्हां दी मौत का कारण एक शिकारी का तीर बनिया सी। ये काफ़ी लंबी कथा है। सतगुरु कहते अविनाशी जीवन को दाता, सिमरत सब मल खोई। इत्थे एक बात समझण वाली है। कोई जप करदा है, कोई तप करदा है, कोई तीर्थ करदा है, कोई इशनान करदा है, कोई पुण्य दान करदा है, मेरे पाप उतर जाण, मेरा मन पवित्र हो जाए। कईयां दा ख्याल यह है जिस दिन मन सुच्चा हुंदा है, साफ हुंदा है, असीं ते उस दिन ही गुरुद्वारे आउंदे हां। कि घर बैठिया मन साफ हो जाता है? नहीं। सतगुरु कहते जन्म जन्म की इस मन को मल लागी, काला हुआ स्याहो। जन्मां जन्मंतरां दे संस्कार, जन्मां जन्मंतरां दे संस्कारां दी मैल इस मन नूं लगी है। घर बैठिया किदां पवित्र हो जाएगा? नहीं हो सकेगा। इसे वास्ते सतसंगत बनाई है। सतसंगत कैसी जानी है? जिथे एको नाम वखाणी है। सतसंगत दे अंदर एक अकाल पुरख वाहिगुरू दी याद नूं ताज़ा किया जाता है, उहदा चिंतन किया जाता है, ताकि मनुख अकाल पुरख वाहिगुरू दे नाल जुड़ सके। ते एक अकाल पुरख है जो दाग तो रहता है, उन्होंने कोई दाग नहीं है, वो बेदाग है। सतगुरु कहते जिन्हों सिमरिया मन नूं लगी जन्मां जन्मंतरां दी मैल, जन्मां जन्मंतरां दे संस्कारां दी मैल उतर जाती है। ये मैल कोई अज दी नहीं है। इस जन्म दे
ਜੋ ਕਰਮ ਨੇ ਉਹ ਵੱਖਰੇ ਨੇ, ਪਰ ਜਨਮਾਂ ਜਨਮੰਤਰਾਂ ਦੀ ਜਨਮ ਦਰ ਜਨਮ ਜੋ ਅਸੀਂ ਕਰਮ ਕੀਤੇ ਨੇ ਉਹਨਾਂ ਸੰਸਕਾਰਾਂ ਦੀ ਪਕੜ ਅੱਜ ਵੀ ਸਾਡੇ ਮਨ ਤੇ ਹੈ, ਮਨ ਤੇ ਹੈ। ਜੇਕਰ ਮਨ ਨੂੰ ਸੰਸਕਾਰਾਂ ਦੀ ਮੈਲ ਨਾ ਲੱਗੀ ਹੋਵੇ, ਮਨ ਪਾਵਨ ਪਵਿੱਤਰ ਹੋਵੇ ਤੇ ਪ੍ਰਮਾਤਮਾ ਦੀ ਬੰਦਗੀ ਕਰਨ ਦੇ ਵਿੱਚ ਮਨ ਲੱਗੇ, ਮਨ ਉਚਾਟ ਨਾ ਹੋਵੇ। ਸਤਿਗੁਰੂ ਤੇ ਕਹਿੰਦੇ ਨੇ, ਆਇਓ ਸੁਣਨ ਪੜਨ ਕੋ ਬਾਣੀ, ਪਰ ਨਾਮ ਵਿਸਾਰ ਲੱਗੇ ਅਨ ਲਾਲਚ, ਬਿਰਥਾ ਜਨਮ ਪ੍ਰਾਣੀ। ਸਰੀਰ ਮਰਦਾ ਹੈ, ਲਾਲਚ ਨਹੀਂ ਮਰਦਾ। ਸਰੀਰ ਮਰਦਾ ਹੈ, ਕਾਮਨਾ ਨਹੀਂ ਮਰਦੀ। ਸਰੀਰ ਮਰਦਾ ਹੈ, ਮੋਹ ਨਹੀਂ ਮਰਦਾ। ਸਰੀਰ ਮਰਦੇ ਨੇ, ਅਹੰਕਾਰ ਨਹੀਂ ਮਰਦਾ। ਵਾਸ਼ਨਾਵਾਂ ਨਹੀਂ ਮਰਦੀਆਂ। ਇਹਨਾਂ ਵਾਸ਼ਨਾ ਦੇ ਤਹਿਤ ਪੀੜ੍ਹੀ ਦਰ ਪੀੜ੍ਹੀ ਮਨੁੱਖ ਦਾ ਜੰਮਣਾ ਤੇ ਮਰਨਾ ਇਹ ਪ੍ਰੋਸੈਸ ਚੱਲ ਰਿਹਾ ਹੈ। ਜੰਮ ਜੰਮ ਮਰੈ, ਮਰੈ ਫਿਰ ਜੰਮੈ, ਬਹੁਤ ਸਜਾਏ ਪਿਆ ਦੇਸ ਲੰਮੈ। ਇਹ ਸੰਸਕਾਰਾਂ ਦੀ ਮੈਲ ਹੈ। ਸਤਿਗੁਰੂ ਕਹਿੰਦੇ ਨੇ, ਪਾਠ ਪੜਿਓ ਅਰ ਵੇਦ ਵਿਚਾਰਿਓ, ਨਿਵਲ ਭੁਅੰਗਮ ਸਾਧੇ, ਪੰਚ ਜਨਾ ਸਿਉ ਸੰਗ ਨਾ ਛੁਟਕਿਓ, ਅਧਿਕ ਅਹੰ ਬੁੱਧ ਬਾਂਧੇ, ਪਿਆਰੇ ਇਨ ਬਿਦ ਮਿਲਣ ਨਾ ਜਾਈ, ਮੈਂ ਕੀਏ ਕਰਮ ਅਨੇਖਾ। ਬੜੇ ਕਰਮ ਕੀਤੇ ਧਰਮ ਦੇ ਨਾਮ ਤੇ, ਕਿਤੇ ਅੰਦਰ ਦੀ ਮੈਲ ਉਤਰ ਜਾਏ। ਤੀਰਥਾਂ ਦਾ ਇਸ਼ਨਾਨ ਕੀਤਾ। ਸਤਿਗੁਰੂ ਕਹਿੰਦੇ, ਨਹਾਵਣ ਚੱਲੇ ਤੀਰਥੀ, ਮਨ ਖੋਟੇ ਤਨ ਚੋਰ, ਇੱਕ ਭਾ ਲੱਥੀ ਨਹਾਤਿਆਂ, ਦੋਏ ਭਾ ਚੜੀਏ ਸਹੋਰ। ਮਨ ਮੈਲੇ ਸਭ ਕਿਛ ਮੈਲਾ, ਤਨ ਧੋਤੇ ਮਨ ਅੱਛਾ ਨਾ ਹੋਏ, ਕਿਉਂਕਿ ਸੰਸਕਾਰਾਂ ਦੀ ਮੈਲ ਲੱਗੀ ਹੈ। ਫਿਰ ਉਤਰੇਗੀ ਕਿੱਦਾਂ? ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਕਹਿੰਦੇ, ਸਿਮਰਤ ਸਭ ਮਲ ਖੋਈ। ਜਿਸ ਦਿਨ ਅਕਾਲ ਪੁਰਖ ਵਾਹਿਗੁਰੂ ਦਾ ਸਿਮਰਨ ਤੇਰੀ ਸਿਮਰਤੀ ਦਾ ਹਿੱਸਾ ਬਣ ਗਿਆ, ਉਸ ਦਿਨ ਤੇਰਾ ਮਨ ਪਵਿੱਤਰ ਹੋਣਾ ਸ਼ੁਰੂ ਹੋ ਜਾਏਗਾ। ਪਵਿੱਤਰ ਹੋ ਜਾਏਗਾ ਤੇਰਾ ਮਨ। ਸਰੀਰ ਲਹੂ ਮਾਸ ਮਿੱਝ ਗੰਦਗੀ ਤੇ ਹੱਡੀਆਂ ਦਾ ਹੀ ਢਾਂਚਾ ਹੈ। ਰਵਿਦਾਸ ਜੀ ਕਹਿੰਦੇ, ਹਾੜ ਮਾਸ ਨਾੜੀ ਕੋ ਪਿੰਜਰ, ਪੰਖੀ ਬਸੇ ਵਿਚਾਰਾ। ਸਰੀਰ ਕਦੀ ਵੀ ਪਵਿੱਤਰ ਨਹੀਂ ਹੁੰਦਾ। ਗੰਦਗੀ ਰਹਿੰਦੀ ਹੈ ਹਰਦਮ ਅੰਦਰ। ਹਾਂ, ਮਨ ਪਵਿੱਤਰ ਹੋ ਸਕਦਾ ਹੈ, ਮਨ ਪਵਿੱਤਰ ਹੋ ਸਕਦਾ ਹੈ। ਉਸ ਅਬਿਨਾਸੀ ਅਕਾਲ ਪੁਰਖ ਵਾਹਿਗੁਰੂ ਦਾ ਸਿਮਰਨ ਕੀਤਿਆਂ ਮਨੁੱਖ ਦੇ ਮਨ ਤੋਂ ਜਨਮਾਂ ਜਨਮੰਤਰਾਂ ਦੀ ਮੈਲ ਉਤਰ ਸਕਦੀ ਹੈ, ਉਤਰ ਸਕਦੀ ਹੈ। ਜੇਕਰ ਵੱਡੇ ਭਾਗ ਹੋਣ। ਵੱਡੇ ਭਾਗਾਂ ਦੀ ਨਿਸ਼ਾਨੀ ਕੀ ਹੈ? ਵਡ ਭਾਗੀ ਸਾਧ ਸੰਗ ਪ੍ਰਾਪਤ, ਤਿਨ ਭੇਟਤ ਦੁਰਮਤ ਖੋਈ। ਦੁਰਮਤ, ਦੁਰਦਰਦ ਪੈੜੀ ਮਤ। ਵੱਡੇ ਭਾਗਾਂ ਨਾਲ ਸਤਸੰਗਤ ਪ੍ਰਾਪਤ ਹੁੰਦੀ ਹੈ, ਤੇ ਸਤਸੰਗਤ 'ਚ ਆਇਆ ਅਕਾਲ ਪੁਰਖ ਵਾਹਿਗੁਰੂ ਦੀ ਯਾਦ ਆਉਂਦੀ ਹੈ। ਉਸ ਅਬਿਨਾਸੀ ਦਾ ਚੇਤਾ ਆਉਂਦਾ ਹੈ, ਤੇ ਜਿਹਦਾ ਚੇਤਾ ਆਇਆ, ਜਿਹਦਾ ਖਿਆਲ ਆਇਆ, ਮਨ ਤੋਂ ਵਿਕਾਰਾਂ ਦੀ ਮੈਲ ਲੱਥ ਜਾਂਦੀ ਹੈ। ਵਡਭਾਗੀ ਹਰ ਸੰਗਤ ਪਾਵੈ, ਇਸੇ ਵਾਸਤੇ ਸਤਿਗੁਰੂ ਕਹਿੰਦੇ ਨੇ, ਸਤਸੰਗਤ ਮਨੁੱਖ ਦੇ
ਕੀਤੇ ਹੋਏ ਜਨਮਾਂ ਜਨਮੰਤਰਾਂ ਦੇ ਪਾਪ ਗੁਨਾਹ ਧੋ ਕੇ ਮਨੁੱਖ ਨੂੰ ਪਵਿੱਤਰ ਕਰ ਦਿੰਦੀ ਹੈ, ਮਨ ਨੂੰ ਪਵਿੱਤਰ ਕਰ ਦਿੰਦੀ ਹੈ। ਤੇ ਪਵਿੱਤਰ ਮਨ ਅਕਾਲ ਪੁਰਖ ਵਾਹਿਗੁਰੂ ਦਾ ਸਰੂਪ ਹੈ। ਮਨ ਅਕਾਲ ਪੁਰਖ ਵਾਹਿਗੁਰੂ ਦੀ ਅੰਸ਼ ਹੈ, ਉਹਦੀ ਜੋਤ ਹੈ। ਇਸ ਕਰਕੇ ਸਤਿਗੁਰੂ ਕਹਿੰਦੇ ਨੇ ਉਸ ਅਵਿਨਾਸੀ ਸਮੁੱਚੇ ਜੀਵਨ ਦੇ ਦਾਤੇ ਨੂੰ ਚੇਤੇ ਕਰੋ, ਚਿੰਤਾ ਨਾ ਕਰੋ, ਚਿੰਤਨ ਕਰੋ, ਚੇਤੇ ਕਰੋ। ਸੁਹਤਨਿਕ ਬੇਨਤੀ ਪ੍ਰਵਾਨ ਕਰਨੇ ਗੁਰੂ ਸਾਹਿਬ ਰਹਿਮਤ ਬਖਸ਼ਿਸ਼ ਕਰਨ, ਸਭਨਾਂ ਦੇ ਸਿਰ ਤੇ ਹੱਥ ਰੱਖਣ। ਸਾਡਾ ਬੋਲਿਆ ਪ੍ਰਵਾਨ ਹੋਵੇ, ਤੁਹਾਡਾ ਸੁਣਿਆ ਪ੍ਰਵਾਨ ਹੋਵੇ। ਭੁੱਲ ਚੁੱਕ ਦੀ ਖਿਮਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ